ਸਤਿ ਸ਼੍ਰੀ ਅਕਾਲ ਸਟੂਡੈਂਟਸ, ਵੈਲਕਮ ਟੂ ਫਤਿਹ ਐਡੂਕॉम। ਸੋ ਅਸੀਂ ਇੰਡੀਅਨ ਪੋਲਿਟੀ ਦੇ MCQs ਕਰ ਰਹੇ ਹਾਂ। ਹਿਸਟੋਰੀਕਲ ਬੈਕਗਰਾਊਂਡ ਤੇ ਮੇਕਿੰਗ ਆਫ ਦਾ ਕਨਸਟੀਟਿਊਸ਼ਨ ਤੇ ਅਸੀਂ ਆਲਰੇਡੀ ਕਵਰ ਕਰ ਚੁੱਕੇ ਹਾਂ MCQs। ਅੱਜ ਅਸੀਂ ਸੇਲੀਐਂਟ ਫੀਚਰਸ ਆਫ ਦਾ ਕਨਸਟੀਟਿਊਸ਼ਨ, ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਇਸੇ ਲਈ ਔਰ ਮੈਕਸੀਮਮ ਕੁਐਸਚਨਸ ਇਹਦੇ ਵਿੱਚੋਂ ਕਵਰ ਹੁੰਦੇ ਨੇ। ਸੋ ਇਸ ਲਈ ਮੈਂ ਇਹਨੂੰ 3 ਪਾਰਟਸ ਦੇ ਵਿੱਚ ਲੈ ਕੇ ਆਵਾਂਗੀ ਔਰ ਵਿਦ ਐਕਸਪਲੇਨੇਸ਼ਨ ਜਿਹੜੇ ਆ ਇਹ MCQs ਹੋਣਗੇ। ਤੁਹਾਡੇ ਆਉਣ ਵਾਲੇ ਸਾਰੇ ਹੀ ਐਗਜ਼ਾਮਸ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋਣਗੇ। ਸੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਸੋ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ, which among the following is known as mini constitution due to large number of changes made by it in various parts of the constitution। ਕਿਹੜੀ ਐਸੀ ਅਮੈਂਡਮੈਂਟ ਆ ਜਿਹਨੂੰ ਆਪਾਂ ਮਿਨੀ ਕਨਸਟੀਟਿਊਸ਼ਨ ਕਹਿੰਦੇ ਆ, ਛੋਟਾ ਸੰਵਿਧਾਨ ਜਾਂ ਕਹਿ ਲਓ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਇਸ ਅਮੈਂਡਮੈਂਟ ਦੇ ਨਾਲ ਚੇਂਜਸ ਜਿਹੜੀਆਂ ਲਿਆਂਦੀਆਂ ਗਈਆਂ ਸੀਗੀਆਂ। ਸੋ ਇਸ ਦਾ ਰਾਈਟ ਆਨਸਰ ਹੈ 42nd ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ 1976 ਆਪਸ਼ਨ ਏ। ਠੀਕ ਹੈ, ਸੋ ਇਸ ਲਈ ਇਹਨੂੰ ਜਿਹੜਾ ਹੈ, ਕਿਉਂਕਿ ਇਹ 'ਚ ਬਹੁਤ ਜ਼ਿਆਦਾ ਚੇਂਜਿਸ ਇਸ ਅਮੈਂਡਮੈਂਟ ਨਾਲ ਕੀਤੀਆਂ ਗਈਆਂ, ਸੋ ਇਸ ਲਈ ਇਹਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਬਹੁਤ ਵਾਰ ਰਿਪੀਟ ਹੁੰਦਾ ਹੈ ਇਹ ਕੁਐਸਚਨ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ। ਨੈਕਸਟ ਕੁਐਸਚਨ ਦੇਖਦੇ ਹਾਂ। In which case Supreme Court ruled that the constituent power of Parliament under Article 368 does not enable it to alter the basic structure of the Constitution। So basic structure 'ਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਫੰਡਾਮੈਂਟਲ ਰਾਈਟਸ ਆਉਂਦੇ ਨੇ, DPSPs ਆਉਂਦੇ ਨੇ, ਪ੍ਰੀਐਂਬਲ ਆਉਂਦਾ ਆ, ਰੂਲ ਆਫ ਲਾਅ ਆਉਂਦਾ, ਬਹੁਤ ਸਾਰੀਆਂ। ਜਦੋਂ ਆਪਾਂ ਬੇਸਿਕ ਸਟਰਕਚਰ ਦੇ ਉੱਤੇ MCQs ਕਰਾਂਗੇ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਕਵਰ ਕਰ ਲਾਂਗੇ। ਸੋ ਇਹ ਆਰਟੀਕਲ 368 ਕੀ ਹੈ, ਜਿਹਦੇ ਥਰੂ ਕਨਸਟੀਟਿਊਸ਼ਨਲ ਅਮੈਂਡਮੈਂਟਸ ਲਿਆਂਦੀਆਂ ਜਾਂਦੀਆਂ ਨੇ। ਠੀਕ ਆ, ਸੋ ਇਹਦੇ ਵਿੱਚ ਸੁਪਰੀਮ ਕੋਰਟ ਨੇ ਕਿਸ ਕੇਸ ਦੇ ਵਿੱਚ ਕਿਹਾ ਸੀਗਾ ਕਿ ਪਾਰਲੀਮੈਂਟ ਜਿਹੜੀ ਹੈ, ਉਹਨਾਂ ਦੀ ਪਾਰਲੀਮੈਂਟ ਦੀ ਜਿਹੜੀ ਪਾਵਰ ਹੈ ਆਰਟੀਕਲ 368 ਦੇ ਅੰਡਰ, ਉਹ ਇਹਨੂੰ ਇਸ ਚੀਜ਼ ਲਈ ਕਦੇ ਵੀ ਪਰਮਿਸ਼ਨ ਨਹੀਂ ਦਿੰਦੀ ਕਿ ਉਹ ਬੇਸਿਕ ਸਟਰਕਚਰ ਦੇ ਨਾਲ ਛੇੜਖਾਨੀ ਕਰੇ। ਠੀਕ ਆ, ਸੋ ਇਹ ਕੇਸ ਹੋਇਆ ਸੀ ਕੇਸ਼ਵ ਨੰਦਾ ਭਾਰਤੀ ਕੇਸ 1973 ਦੇ ਵਿੱਚ। ਠੀਕ ਹੈ, ਸੋ ਆਪਸ਼ਨ ਇਜ਼ ਬੀ। ਇਸ ਤੋਂ ਪਹਿਲਾਂ ਵੀ 2 ਕੇਸਿਸ ਆਏ ਸੀ। ਇੱਕ ਸ਼ੰਕਰੀ ਪ੍ਰਸਾਦ ਆਇਆ ਸੀ 1951, ਪਰ ਉਹਦੇ ਵਿੱਚ ਇਹਨਾਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਫੰਡਾਮੈਂਟਲ ਰਾਈਟਸ ਨੂੰ ਅਮੈਂਡ ਕਰ ਸਕਦੇ ਆ। ਫਿਰ ਉਸ ਤੋਂ ਬਾਅਦ ਗੋਪਾਲ ਨਾਥ ਕੇਸ ਆਇਆ ਸੀ 1967 ਦੇ ਵਿੱਚ। ਉਹਦੇ ਵਿੱਚ ਸੁਪਰੀਮ ਕੋਰਟ ਨੇ ਆਪਣੀ ਅਰਲੀਅਰ ਜੱਜਮੈਂਟ ਨੂੰ ਰਿਵਰਸ ਕਿਹਾ ਅਤੇ ਇਹਨਾਂ ਨੇ ਕੀਤਾ ਕਿ ਫੰਡਾਮੈਂਟਲ ਰਾਈਟਸ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਨੂੰ ਮੋਡੀਫਾਈ ਨਹੀਂ ਕੀਤਾ ਜਾ ਸਕਦਾ। ਠੀਕ ਆ, ਪਰ ਇਸ ਚੀਜ਼ ਨੂੰ ਕਾਊਂਟਰ ਕਰਨ ਲਈ, ਜਦੋਂ ਗੋਪਾਲ ਨਾਥ ਕੇਸ ਦੇ ਵਿੱਚ ਇਹਨਾਂ ਨੇ ਕਿਹਾ ਸੀ, ਅਤੇ ਇਸ ਚੀਜ਼ ਨੂੰ ਕਾਊਂਟਰ ਕਰਨ ਲਈ ਪਾਰਲੀਮੈਂਟ ਨੇ ਆਰਟੀਕਲ 13 ਅਤੇ ਆਰਟੀਕਲ 368 ਦੇ ਵਿੱਚ ਨਾ ਅਮੈਂਡਮੈਂਟਸ ਲਿਆ ਦਿੱਤੀਆਂ ਸੀਗੀਆਂ। ਉਦੋਂ 24th ਅਮੈਂਡਮੈਂਟ ਐਕਟ ਆਇਆ ਸੀਗਾ, ਆਈ ਥਿੰਕ 1971। ਸੋ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ 1973 ਕੇਸ਼ਵ ਨੰਦਾ ਭਾਰਤੀ ਕੇਸ ਦੇ ਵਿੱਚ ਇਹ ਚੀਜ਼ ਲਿਖ ਦਿੱਤੀ ਸੀ, ਔਰ ਨਾਲ ਹੀ ਇਹ ਬੇਸਿਕ ਸਟਰਕਚਰ ਦੀ ਡਾਕਟਰਾਈਨ ਜਿਹੜੀ ਹੈ ਸਾਹਮਣੇ ਆਈ ਸੀਗੀ ਕੇਸ਼ਵ ਨੰਦਾ ਭਾਰਤੀ ਕੇਸ ਦੇ ਥਰੂ ਹੀ। ਠੀਕ ਹੈ, ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੇਸ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਬੀ। ਨੈਕਸਟ ਹੈ, which among the following is or are salient feature or features of the constitution of India। ਸੋ ਕਿਹੜੇ salient features ਨੇ? ਪਹਿਲਾ ਹੈਗਾ lengthiest written constitution। ਸੋ ਤੁਹਾਨੂੰ ਪਤਾ ਹੈ ਇੰਡੀਆ ਦਾ constitution world ਦਾ ਸਭ ਤੋਂ lengthiest written constitution ਹੈ, ਸੋ ਬਿਲਕੁਲ ਸਹੀ ਹੈ। ਸੈਕਿੰਡ, drawn from various sources। ਸੋ ਤੁਹਾਨੂੰ ਪਤਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਡਿਫਰੈਂਟ ਸੋਰਸਿਸ ਤੋਂ ਇਨਫਲੂਐਂਸਡ ਆ, ਜਿਵੇਂ ਕਿ ਫੰਡਾਮੈਂਟਲ ਰਾਈਟਸ ਅਮਰੀਕਨ ਕਨਸਟੀਟਿਊਸ਼ਨ ਤੋਂ ਇਨਫਲੂਐਂਸਡ ਆ, ਡਾਇਰੈਕਟਿਵ ਪ੍ਰਿੰਸੀਪਲਸ ਇਰਿਸ਼ ਕਨਸਟੀਟਿਊਸ਼ਨ ਤੋਂ ਇਨਫਲੂਐਂਸਡ ਆ। ਇਸੇ ਤਰ੍ਹਾਂ ਜਿਹੜੀ ਬ੍ਰਿਟੇਨ ਦਾ ਕਨਸਟੀਟਿਊਸ਼ਨ ਆ ਉਹ ਤੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਲਈਆਂ, ਜਿਵੇਂ ਬਾਈ ਕੈਮਰਲਿਜ਼ਮ ਹੋ ਗਿਆ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੋ ਗਿਆ, ਈਵਨ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਆ, ਉਹਦੇ ਵਿੱਚ ਜਿਹੜੀਆਂ ਅਰਾਊਂਡ 250 ਪ੍ਰੋਵੀਜ਼ਨਸ ਹੈ ਉਹ ਵੀ ਆਪਾਂ ਜਿਹੜੀਆਂ ਡਿਰਾਈਵ ਕੀਤੀਆਂ ਹੈ। ਠੀਕ ਆ, ਆਪਣੇ ਪ੍ਰੈਜ਼ੈਂਟ ਕਨਸਟੀਟਿਊਸ਼ਨ ਦੇ ਵਿੱਚ। ਨੈਕਸਟ ਹੈਗਾ ਬਲੈਂਡ ਆਫ ਰਿਜਿਡਿਟੀ ਐਂਡ ਫਲੈਕਸੀਬਿਲਿਟੀ। ਰਿਜਿਡ ਕਨਸਟੀਟਿਊਸ਼ਨ ਉਹ ਹੁੰਦਾ ਆ ਜਿਹਦੇ ਵਿੱਚ ਜਦੋਂ ਕੋਈ ਅਮੈਂਡਮੈਂਟ ਲਿਆਉਣੀ ਹੁੰਦੀ ਹੈ ਤਾਂ ਇੱਕ ਸਪੈਸ਼ਲ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈ, ਜਿਵੇਂ ਕਿ ਅਮਰੀਕਨ ਕਨਸਟੀਟਿਊਸ਼ਨ ਹੈ। ਜਦਕਿ ਫਲੈਕਸੀਬਲ ਕਨਸਟੀਟਿਊਸ਼ਨ ਉਹ ਹੁੰਦਾ ਆ ਜਿਹਨੂੰ ਆਪਾਂ ਜਿੱਦਾਂ ਆਰਡੀਨਰੀ ਲਾਜ਼ ਨੂੰ ਬਣਾਉਂਦੇ ਹਾਂ ਉਸੇ ਤਰ੍ਹਾਂ ਉਸੇ ਮੈਨਰ ਦੇ ਵਿੱਚ ਹੀ ਅਸੀਂ ਕਨਸਟੀਟਿਊਸ਼ਨ ਨੂੰ ਅਮੈਂਡ ਕਰ ਲੈਂਦੇ ਹਾਂ। ਠੀਕ ਹੈ, ਕੋਈ ਵੀ ਸਪੈਸ਼ਲ ਇਹਦੇ ਵਿੱਚ ਪ੍ਰੋਸੀਜਰ ਨਹੀਂ ਫੋਲੋ ਕੀਤਾ ਜਾਂਦਾ। ਸੋ ਇਸ ਕਰਕੇ ਇਹਨੂੰ ਫਲੈਕਸੀਬਲ ਕਨਸਟੀਟਿਊਸ਼ਨ ਕਹਿੰਦੇ ਆ, ਜਿਵੇਂ ਕਿ ਬ੍ਰਿਟਿਸ਼ ਕਨਸਟੀਟਿਊਸ਼ਨ ਹੈ। ਬਟ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਆ ਉਹਦੇ ਵਿੱਚ ਉਹ ਬਲੈਂਡ ਆ, ਮਿਕਸਚਰ ਆ, ਰਿਜਿਡਿਟੀ ਦਾ ਵੀ ਤੇ ਫਲੈਕਸੀਬਿਲਿਟੀ ਦਾ। ਕਈ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਸਾਨੂੰ ਇੱਕ ਸਪੈਸ਼ਲ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਆ, ਹੈ ਨਾ, ਜਿਵੇਂ ਕਿ ਆਪਾਂ GST ਜਦੋਂ ਲਿਆਂਦਾ ਸੀਗਾ ਤੇ ਸਟੇਟਸ ਦੀ ਰੈਟੀਫਿਕੇਸ਼ਨ ਵੀ ਉਹਦੇ ਵਿੱਚ ਚਾਹੀਦੀ ਸੀਗੀ। ਬਟ ਕਈ ਚੀਜ਼ਾਂ ਜਿੱਦਾਂ ਆਪਾਂ ਆਰਡੀਨਰੀਲੀ ਉਹਨੂੰ ਜਿਹੜਾ ਆ ਫੋਲੋ ਕਰ ਲੈਂਦੇ ਹਾਂ, ਸੋ ਇਸ ਲਈ ਇਹ ਫਲੈਕਸੀਬਲ ਵੀ ਆ। ਸੋ ਇਹ ਵੀ ਬਿਲਕੁਲ ਸਹੀ ਹੈ। ਫੋਰਥ ਆਪਸ਼ਨ ਹੈਗੀ ਹੈ ਫੈਡਰਲ ਸਿਸਟਮ ਵਿਦ ਯੂਨਿਟਰੀ ਬਾਇਸ। ਫੈਡਰਲ ਸਿਸਟਮ ਕੀ ਹੁੰਦਾ ਹੈ ਕਿ ਜਿਵੇਂ ਮੰਨ ਲਓ ਇੱਕ ਪੋਲੀਟੀਕਲ ਯੂਨਿਟ ਹੈ, ਉਹਨੂੰ ਆਪਾਂ ਸਮੋਲ ਡਿਫਰੈਂਟ ਯੂਨਿਟਸ ਦੇ ਸਬ ਯੂਨਿਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ। ਸਬ ਯੂਨਿਟਸ ਕਿਹੜੇ ਹੁੰਦੇ ਨੇ? ਸਟੇਟਸ। ਠੀਕ ਆ, ਸੋ ਜਿਵੇਂ ਇੱਕ ਯੂਨਿਟ ਦੀ ਗੱਲ ਕਰੀਏ ਤਾਂ ਇੰਡੀਆ,
तो उन्होंने अगर आप डिवाइड कर दिए सब यूनिट्स के विच, डिफरेंट स्टेट्स ऑफ फेडरेशनस ने, ठीक है, और हर एक स्टेट का जिहड़ा अपना कॉन्स्टिट्यूशन है, सॉरी कॉन्स्टिट्यूशन बोल रही हाँ, हर एक स्टेट जी अपना लॉ बना सकती है, ठीक है, सेंटर भी अपना लॉ वखरा बना सकता, जिमें कंकरेंट लिस्ट दे विच या यूनीयन लिस्ट दे विच या स्टेट लिस्ट बनाई गई, इस चीज़ में बनाई गई कि स्टेट लिस्ट दे विच जिहड़े सबजैक्ट उन्होंने ते स्टेट्स लॉ बना सकदियां आ, यूनीयन च जिहड़े लॉ ने वो यूनीयन ही बना सकती है, दैन कंकरेंट दे विच जिहड़े सबजैक्ट्स ने उहदे विच दोवें ही लॉज बना सकदियां ने, स्टेट्स भी ते यूनीयन भी। सो इस तरह मतलब फैडरल फीचर्स होंगे ने, जिमें कि पर कॉन्स्टिट्यूशन दे विच सुप्रीम रहिंदा है, फिर टू गवर्नमेंट सिस्टम हुंदा आ, ठीक है, डिवीजन ऑफ पावर हुंदी आ, बाई कैमरलिज्म हुंदा आ। सो बट यूनिटरी बायस इनू आपां क्यों कहने आ, क्योंकि ये कई तरह के नॉन फैडरल फीचर्स भी ने, बट जिमें कि सिंगल सिटीजनशिप है ना साडे इंडिया दे विच हैगी आ, दैन उस तो बाद इंटीग्रेटेड जुडिशरी है, दैन जिहड़े स्टेट दे गवर्नर्स ने उन्होंने सेंट्रल गवर्नमेंट अपॉइंट करदी आ, फिर ऑल इंडिया सर्विसेज ने। सो फैडरल सिस्टम विद यूनिटरी बायस भी बिल्कुल सही ऑप्शन है। सो राइट आंसर इज ऑप्शन डी, ऑल ऑफ द अबव, 1 2 3 4। नेक्स्ट है, विच अमंग द फॉलोइंग फैक्टर्स हैव कॉन्ट्रीब्यूटेड टू द एलिफेंटाइन साइज ऑफ द कॉन्स्टिट्यूशन ऑफ इंडिया। एलिफेंटाइन साइज की बहुत बिग साइज आ, ठीक है, लेंथीएस्ट रिटन कॉन्स्टिट्यूशन है। सो क्यों? सो फर्स्ट पॉइंट हैगा जियोग्राफिकल फैक्टर्स। जियोग्राफिकल फैक्टर्स क्योंकि इंडिया दे विच डाइवर्सिटी आ बहुत ज़्यादा, ठीक है। सो हर एक पक्ष, हर एक तरह के, हर एक वर्ग के लोगों का जोड़ा ध्यान रखा गया कॉन्स्टिट्यूशन बनाने वेले। सैकेंड हिस्टोरिकल फैक्टर्स। हिस्टोरिकल फैक्टर्स मतलब कि जिमें कि गवर्नमेंट ऑफ इंडिया एक्ट 1935 की ही आप गल की है। सो बहुत सारिया प्रोविजनस जड़ियाँ अराउंड 250 प्रोविजनस जड़ियाँ वो गवर्नमेंट ऑफ इंडिया एक्ट 1935 तो ही डराइवड है। सो कितने ना कितने हिस्टोरिकल फैक्टर्स भी जोड़े है ना, वो भी अपना इन्फ्लुएंस रखते हैं। थर्ड हैगा सिंगल कॉन्स्टिट्यूशन फॉर बोथ द सेंटर्स एंड द स्टेट। सो ये तो है नहीं है भी पंजाब वाले होर कोई संविधान फॉलो करते हैं तो हरियाणे वाले कोई होर तो आंध्र प्रदेश वाले होर। सो सिंगल कॉन्स्टिट्यूशन आ जिन्होंने सेंटर भी फॉलो करता है तो स्टेट्स भी फॉलो करदियां ने। फोर्थ पॉइंट है डोमीनेंस ऑफ लीगल ल्यूमिनरीज इन द कॉन्स्टिट्यूएंट असैम्बली। सो कॉन्स्टिट्यूएंट असैम्बली दे विच तुसीं देखिया ही आ ज़्यादातर जिहड़े सीगे वो लॉ बैकग्राउंड तो ही सीगे। एंड ईवन जदों कांग्रेस की फर्स्ट मीट हुई आ उदों मतलब उन्होंने ब्लैक कोट पार्टी भी इस करके ही कहा गया आ। सो किते ना किते लीगल ल्यूमिनरीज का ज़्यादा होना कॉन्स्टिट्यूएंट असैम्बली दे विच वो भी ये एलिफेंटाइन साइज दे विच कॉन्ट्रीब्यूट करता है। सो सारियां ही ऑप्शनस करैक्ट ने। सो राइट आंसर इज ऑप्शन डी, 1 2 3 4। द लेंथीएस्ट रिटन कॉन्स्टिट्यूशन ऑफ द वर्ड आना WORLD, ठीक है, वर्ड इज दैट ऑफ। सो लेंथीएस्ट रिटन इंडिया का है ना, हुणे आपां गल कीती। सो राइट आंसर इज ऑप्शन ए। नेक्स्ट है, who acclaimed that the Constitution of India has been framed after ransacking all the known constitutions of the world। सो किन्ने क्या सीगा कि जिहड़ा मतलब इंडिया दा कॉन्स्टिट्यूशन आ सारे वर्ल्ड दे सारे कॉन्स्टिट्यूशनस नूं तोड़ फरोड़ के जिहड़ा बनाया गया आ। सो इसदा इनू क्या गया सीगा डॉक्टर BR अंबेडकर वालों, ठीक है, जिहड़े इंडिया दे फर्स्ट लॉ मिनिस्टर होए ने डॉक्टर BR अंबेडकर। सो राइट आंसर इज ऑप्शन बी। नेक्स्ट है, द स्ट्रक्चरल पार्ट ऑफ द कॉन्स्टिट्यूशन इज़ टू अ लार्ज एक्सटेंट डिराइव्ड फ्रॉम। सो स्ट्रक्चरल पार्ट के जिवें 395 आर्टिकल सीगे पहला, ठीक है, फिर 22 पार्ट्स दे विच डिवाइडेड सीगे, दैन उस तो बाद 8 स्कैड्यूल सीगे और मेजर जो भी प्रोविजनस ने सब तो ज़्यादा आप बार बार रिपीट कर रहे हैं। सो कित्थों लईआं गईआं? सो गवर्नमेंट ऑफ इंडिया एक्ट 1935 तो। सो राइट आंसर इज ऑप्शन डी। नेक्स्ट है, द फंडामेंटल राइट्स डिराइव देयर इंस्पीरेशन फ्रॉम। फंडामेंटल राइट्स जिहड़ियां आ वो अमेरिकन बिल ऑफ राइट्स तो इन्फ्लुएंस्ड सीगियां। सो राइट आंसर इज ऑप्शन ए, अमेरिका। नेक्स्ट है, द डायरेक्टिव प्रिंसिपल्स ऑफ स्टेट पॉलिसी डिराइव देयर इंस्पीरेशन फ्रॉम। सो DPSP जिहड़े इरिश कॉन्स्टिट्यूशन तो ले गए। सो राइट आंसर इज ऑप्शन डी, आयरलैंड। Next is the political part of the constitution with the principle of the cabinet government and relations between executive and the legislature have been drawn from। So एक उदा भी पूछ सकते हैं भी political part जिहड़ा कित्थों derive कीता या विच ये भी लिख सकते भी cabinet government कित्थों ली गई है, या फिर ये भी पूछ सकते हैं भी executive and legislature दे विच relation जिहड़ा है ये कित्थों derive कीता गया है। सो इन्हां तिन्नां दा ही आंसर जिहड़ा है वो B है, ब्रिटिश कॉन्स्टिट्यूशन तो या ब्रिटेन तो। तुसीं इत्थों याद रख लिओ भी जिहड़ा पोर्टफोलियो सिस्टम सीगा कैबिनेट च मेनली हुंदा कि पोर्टफोलियोज एलोकेट किए जाते डिफरेंट मिनिस्ट्रीज डिफरेंट
है ना, डिफरेंट डिपार्टमेंट्स ਜਿਹੜੇ ਐਲੋਕੇਟ ਕੀਤੇ ਜਾਂਦੇ। ਸੋ ਇਹ ਜਦੋਂ ਆਪਣਾ ਰਿਵੋਲਟ ਆਫ 1857 ਹੋਇਆ ਸੀ, ਉਸ ਤੋਂ ਬਾਅਦ ਲਾਰਡ ਕੈਨਿੰਗ ਜਿਹੜਾ ਵਾਇਸਰॉय ਸੀਗਾ ਉਹ ਪੋਰਟਫੋਲੀਓ ਸਿਸਟਮ ਲੈ ਕੇ ਆਇਆ ਸੀ। ਸੋ ਉਹ ਬ੍ਰਿਟੇਨ ਦਾ ਸੀਗਾ। ਸੋ ਇੱਥੋਂ ਇੱਦਾਂ ਯਾਦ ਰੱਖ ਲਿਓ ਕਿ ਇਹ ਵੀ ਜਿਹੜਾ ਆ ਬ੍ਰਿਟਿਸ਼ ਗਵਰਨਮੈਂਟ ਤੋਂ, ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਇੰਸਪਾਇਰਡ ਆ। ਨੈਕਸਟ ਹੈ ਵਿਚ ਅਮੰਗ ਦਾ ਫੋਲੋਇੰਗ ਇਜ਼ ਇਨਕਰੈਕਟ। ਹੁਣ ਇਹਦੇ ਵਿੱਚ ਆਪਾਂ ਗਲਤ ਆਪਸ਼ਨ ਪੁਆਇੰਟ ਆਊਟ ਕਰਨੀ ਆ। ਪਹਿਲੀ ਆਪਸ਼ਨ ਹੈਗੀ ਆ ਅ ਰਿਜਿਡ ਕੌਂਸਟੀਟਿਊਸ਼ਨ ਇਜ਼ ਵਨ that requires a special procedure for its amendment। ਮੈਂ ਤੁਹਾਨੂੰ ਪਹਿਲਾਂ ਹੀ ਐਕਸਪਲੇਨ ਕਰ ਚੁੱਕੀ ਹਾਂ ਵੀ ਰਿਜਿਡ ਉਹ ਹੁੰਦਾ ਜਿਸ 'ਚ ਸਪੈਸ਼ਲ ਪ੍ਰੋਸੀਜਰ ਚਾਹੀਦਾ ਹੁੰਦਾ ਅਮੈਂਡ ਕਰਨ ਲਈ, ਜਿਵੇਂ ਕਿ ਅਮਰੀਕਨ ਕੌਂਸਟੀਟਿਊਸ਼ਨ ਆ। ਸੋ ਇਹ ਬਿਲਕੁਲ ਸਹੀ ਆ। ਸੈਕਿੰਡ ਹੈਗਾ ਫਲੈਕਸੀਬਲ ਕੌਂਸਟੀਟਿਊਸ਼ਨ ਇਜ਼ ਵਨ ਦੈਟ ਕੈਨ ਬੀ ਅਮੈਂਡਡ ਇਨ ਸੇਮ ਮੈਨਰ ਐਜ਼ ਦਾ ਆਰਡੀਨਰੀ ਲਾਜ਼ ਆਰ ਮੇਡ। ਫਲੈਕਸੀਬਲ ਕੌਂਸਟੀਟਿਊਸ਼ਨ ਕਿਹੜਾ ਹੁੰਦਾ ਜਿਹਨੂੰ ਆਪਾਂ ਆਰਡੀਨਰੀ ਲਾਜ਼ ਵਾਂਗ ਹੀ ਅਮੈਂਡ ਕਰ ਸਕਦੇ ਹਾਂ। ਸੋ ਇਹ ਵੀ ਬਿਲਕੁਲ ਸਹੀ ਹੈ, ਜਿਵੇਂ ਬ੍ਰਿਟਿਸ਼ ਕੌਂਸਟੀਟਿਊਸ਼ਨ ਆ। ਥਰਡ ਹੈਗਾ ਅਮਰੀਕਨ ਕੌਂਸਟੀਟਿਊਸ਼ਨ ਇਜ਼ ਫਲੈਕਸੀਬਲ ਵਾਈਲ ਬ੍ਰਿਟਿਸ਼ ਕੌਂਸਟੀਟਿਊਸ਼ਨ ਇਜ਼ ਰਿਜਿਡ। ਸੋ ਇਹ ਬਿਲਕੁਲ ਆਪੋਜ਼ਿਟ ਲਿਖਿਆ ਆ। ਸੋ ਅਮਰੀਕਨ ਕੌਂਸਟੀਟਿਊਸ਼ਨ ਕੀ ਆ, ਰਿਜਿਡ ਆ, ਜਦ ਕਿ ਬ੍ਰਿਟਿਸ਼ ਕੌਂਸਟੀਟਿਊਸ਼ਨ ਕੀ ਆ, ਫਲੈਕਸੀਬਲ ਆ। ਸੋ ਇਹਦੇ ਵਿੱਚ ਇਨਕਰੈਕਟ ਆਪਸ਼ਨ ਕਿਹੜੀ ਹੋਈ ਫਿਰ, 3 ਓਨਲੀ। ਸੋ 3 ਓਨਲੀ ਜਿਹੜੀ ਹੈ ਆਪਸ਼ਨ ਸੀ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਸੀ। ਨੈਕਸਟ ਹੈ ਵਿਚ ਅਮੰਗ ਦਾ ਫੋਲੋਇੰਗ ਆਰ ਦਾ ਫੀਚਰਸ ਆਫ ਫੈਡਰੇਸ਼ਨ। ਮੈਂ ਤੁਹਾਨੂੰ ਹੁਣੇ ਹੀ ਦੱਸਿਆ ਆ ਵੀ ਜਿੱਦਾਂ ਫੈਡਰੇਸ਼ਨ ਕੀ ਹੁੰਦਾ, ਯੂਨਿਟਸ ਦੇ ਵਿੱਚ, ਜਿੱਦਾਂ ਸਮਾਲ ਪੋਲੀਟੀਕਲ ਯੂਨਿਟਸ ਦੇ ਵਿੱਚ ਡਿਵਾਈਡਡ ਹੁੰਦਾ, ਲਾਈਕ ਸਟੇਟਸ ਨੇ, ਹੈ ਨਾ, ਅਤੇ ਸੈਂਟਰ ਵੱਖਰਾ ਆ। ਸੋ 2 ਗਵਰਨਮੈਂਟ ਸਿਸਟਮ ਹੈ। ਦੈਨ ਡਿਵੀਜ਼ਨ ਆਫ ਪਾਵਰ ਆ, ਦੈਨ ਰਿਟਨ ਕੌਂਸਟੀਟਿਊਸ਼ਨ ਆ, ਰਿਜਿਡ ਕੌਂਸਟੀਟਿਊਸ਼ਨ ਹੈ, ਸੁਪਰੀਮੇਸੀ ਆ ਕੌਂਸਟੀਟਿਊਸ਼ਨ ਦੀ, ਐਂਡ ਦੈਨ ਇੰਡੀਪੈਂਡੈਂਟ ਜੁਡੀਸ਼ਰੀ ਹੈ। ਸੋ ਸਾਰੀਆਂ ਹੀ ਜਿਹੜੇ ਆ ਫੀਚਰਸ ਆ ਫੈਡਰੇਸ਼ਨ ਦੇ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ 1 2 3 ਐਂਡ 4। ਨੈਕਸਟ ਇਜ਼ identify the correct statement। ਫਸਟ ਹੈਗੀ ਹੈ the term federation has nowhere been used in the constitution। ਬਿਲਕੁਲ ਸਹੀ ਆ। ਫੈਡਰੇਸ਼ਨ ਟਰਮ ਜਿਹੜਾ ਆ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਬਿਲਕੁਲ ਵੀ ਯੂਜ਼ ਨਹੀਂ ਕੀਤਾ ਗਿਆ। ਇੰਡੀਆ ਦੇ ਵਿੱਚ ਯੂਨੀਅਨ ਆਫ ਸਟੇਟਸ ਵਰਡ ਯੂਜ਼ ਕੀਤਾ ਗਿਆ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਆਰਟੀਕਲ 1 ਦੇ ਅੰਡਰ, ਹੈ ਨਾ, ਕਿ ਇੰਡੀਆ ਜਿਹੜਾ ਯੂਨੀਅਨ ਆਫ ਸਟੇਟਸ ਆ, ਨਾ ਕਿ ਫੈਡਰੇਸ਼ਨ ਹੈ। ਸੈਕਿੰਡ ਹੈਗਾ ਕਿਉਂਕਿ ਫੈਡਰੇਸ਼ਨ ਵੀ ਬੜੇ ਤਰ੍ਹਾਂ ਦੀ ਹੁੰਦੀ, ਕੁਛ ਇੰਟੀਗ੍ਰੇਸ਼ਨ ਨਾਲ ਹੁੰਦੀ ਹੈ, ਕੁਛ ਡਿਸਇੰਟੀਗ੍ਰੇਸ਼ਨ ਨਾਲ ਹੁੰਦੀ ਹੈ। ਸੋ ਇੰਡੀਆ ਦੇ ਵਿੱਚ ਇੱਕ ਤਾਂ ਜਿਹੜੀਆਂ ਮਤਲਬ ਸੈਕਿੰਡ ਸਟੇਟਮੈਂਟ ਪੜ੍ਹਦੇ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ। ਇੰਡੀਅਨ ਫੈਡਰੇਸ਼ਨ ਇਜ਼ ਦਾ ਰਿਜ਼ਲਟ ਆਫ ਐਨ ਐਗਰੀਮੈਂਟ ਬਾਏ ਦਾ ਸਟੇਟਸ। ਇੰਡੀਅਨ ਫੈਡਰੇਸ਼ਨ ਜਿਹੜੀ ਆ ਉਹ ਐਗਰੀਮੈਂਟ ਦੇ ਨਾਲ ਨਹੀਂ ਸੀ ਆਈ। ਇੰਡੀਅਨ ਫੈਡਰੇਸ਼ਨ ਇਜ਼ ਅ ਹੋਲਡਿੰਗ ਆਫ ਸਟੇਟਸ ਟੂਗੈਦਰ, ਠੀਕ ਆ। ਔਰ ਇਹ ਸਟੇਟਸ ਇਕੱਠੀਆਂ ਨੇ। ਪਹਿਲਾਂ 500 ਤੋਂ ਵੀ ਜ਼ਿਆਦਾ ਪ੍ਰਿੰਸਲੀ ਸਟੇਟਸ ਸੀਗੀਆਂ ਜਿਨ੍ਹਾਂ ਨੂੰ ਰੀਅਰੇਂਜ ਕਰਕੇ 29 ਸਟੇਟਸ ਜਿਹੜੇ ਆ ਬਣਾ ਦਿੱਤਾ ਗਿਆ, ਅਤੇ ਕੋਈ ਵੀ ਸਟੇਟ ਜਿਹੜੀ ਆ ਉਹਦੇ ਕੋਲ ਰਾਈਟ ਨਹੀਂ ਹੈਗਾ ਕੋਈ ਸੈਸੀਡ ਕਰ ਸਕੇ ਇੰਡੀਅਨ ਯੂਨੀਅਨ ਤੋਂ, ਠੀਕ ਹੈ। ਸੋ ਇੰਡੀਅਨ ਫੈਡਰੇਸ਼ਨ ਜਿਹੜਾ ਆ ਉਹ ਐਗਰੀਮੈਂਟ ਦਾ ਰਿਜ਼ਲਟ ਨਹੀਂ ਆ। ਸੋ ਜਸਟ ਲਾਈਕ ਅਮੈਰੀਕਾ। ਸੋ ਇਸੇ ਕਰਕੇ ਅਮੈਰੀਕਾ ਨੂੰ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਕਿਹਾ ਜਾਂਦਾ ਹੈ, ਬਟ ਇੰਡੀਆ ਨੂੰ ਆਪਾਂ ਯੂਨੀਅਨ ਆਫ ਸਟੇਟਸ ਕਹਿੰਦੇ ਹਾਂ, ਨਾ ਕਿ ਯੂਨਾਈਟਿਡ ਸਟੇਟਸ ਆਫ ਇੰਡੀਆ ਕਹਿੰਦੇ ਹਾਂ, ਠੀਕ ਹੈ। ਸੋ ਰਾਈਟ ਆਂਸਰ ਇਜ਼ ਆਪਸ਼ਨ ਏ ਓਨਲੀ 1। ਨੈਕਸਟ ਹੈ who among the following has described Indian constitution as federal in form but unitary in spirit and quasi federal। ਸੋ ਤੁਹਾਨੂੰ ਪਤਾ ਹੀ ਆ ਕਿ ਇੰਡੀਆ ਦਾ ਜਿਹੜਾ ਕੌਂਸਟੀਟਿਊਸ਼ਨ ਆ ਫੈਡਰਲ ਆ ਫਾਰਮ ਦੇ ਵਿੱਚ, ਬਟ ਜ਼ਿਆਦਾ ਪਾਵਰਸ ਜਿਹੜੀਆਂ ਨੇ ਉਹ ਸੈਂਟਰ ਕੋਲ ਆ, ਹੈ ਨਾ, ਯੂਨਿਟਰੀ ਇਨ ਸਪਿਰਿਟ। ਐਂਡ ਈਵਨ ਜਦੋਂ ਐਮਰਜੈਂਸੀ ਲੱਗਦੀ ਹੈ ਤਾਂ ਜ਼ਿਆਦਾ ਪਾਵਰਸ ਜਿਹੜੀਆਂ ਸੈਂਟਰ ਦੇ ਕੋਲ ਹੁੰਦੀਆਂ। ਐਂਡ ਕੁਆਸੀ ਫੈਡਰਲ ਦਾ ਮਤਲਬ ਇਹ ਹੁੰਦਾ ਆ ਕਿ ਜਦੋਂ ਡਿਸਟਰੀਬਿਊਸ਼ਨ ਆਫ ਪਾਵਰ ਜਿਹੜਾ ਆ ਬਿਟਵੀਨ ਸੈਂਟਰ ਐਂਡ ਸਟੇਟ ਉਹ ਇਕੁਅਲ ਨਹੀਂ ਹੁੰਦਾ। ਓਬਵੀਅਸਲੀ ਸੈਂਟਰ ਕੋਲ ਜ਼ਿਆਦਾ ਪਾਵਰ ਹੈ, ਤਾਂ ਹੀ ਤਾਂ ਕਿਸਾਨ ਵਿਚਾਰੇ ਬਾਰਡਰਾਂ 'ਤੇ ਬੈਠੇ ਨੇ ਹਜੇ ਤੱਕ। ਜੇ ਇਕੁਅਲ ਪਾਵਰਸ ਹੁੰਦੀਆਂ ਸੈਂਟਰ ਸਟੇਟ ਕੋਲ ਤੇ ਉਹ ਨਾ ਬੈਠਦੇ, ਹੈ ਨਾ। ਸੋ ਇਸ ਦਾ ਰਾਈਟ ਆਂਸਰ ਆਏਗਾ ਆਪਸ਼ਨ ਏ ਕੇਸੀ ਵੇਅਰ ਨੇ ਕਿਹਾ ਸੀਗਾ ਕਿ ਇੰਡੀਆ ਦਾ ਜਿਹੜਾ ਕੌਂਸਟੀਟਿਊਸ਼ਨ ਹੈ ਕੁਆਸੀ ਫੈਡਰਲ ਹੈ, ਮਤਲਬ ਸੈਂਟਰ ਕੋਲ ਜ਼ਿਆਦਾ ਪਾਵਰਸ ਨੇ, ਇਕੁਅਲ ਡਿਸਟਰੀਬਿਊਸ਼ਨ ਨਹੀਂ ਹੈਗਾ ਪਾਵਰਸ ਦਾ ਸੈਂਟਰ ਤੇ ਸਟੇਟ ਦੇ ਵਿੱਚ। ਤੇ ਦੂਸਰਾ ਫੈਡਰਲ ਇਨ ਫਾਰਮ ਬਟ ਯੂਨਿਟਰੀ ਇਨ ਸਪਿਰਿਟ ਵੀ ਕੇਸੀ ਵੇਅਰ ਨੇ ਹੀ ਕਿਹਾ ਸੀਗਾ। ਨੈਕਸਟ ਇਜ਼ who among the following has described Indian constitution as federation with a centralizing tendency। ਸੋ ਇਹਦਾ ਮਤਲਬ ਵੀ ਲਗਭਗ ਉਹੀ ਹੈ। ਸੋ ਇਹ ਕਿਹਾ ਸੀਗਾ ਏਵੋਰ ਜੈਨਿੰਗਸ ਨੇ। ਸੋ ਰਾਈਟ ਆਂਸਰ ਇਜ਼ ਆਪਸ਼ਨ ਡੀ। ਇਸ ਤੋਂ ਇਲਾਵਾ ਅਗਰ ਕਿਸੇ ਨੇ ਕਿਹਾ ਸੀਗਾ ਕੋਆਪਰੇਟਿਵ ਫੈਡਰਲਿਜ਼ਮ ਆ ਇੰਡੀਅਨ ਕੌਂਸਟੀਟਿਊਸ਼ਨ, ਤੇ ਉਹ ਕਿਹਾ ਸੀ ਗ੍ਰੈਨਵਿਲ ਆਸਟਨ ਨੇ, ਠੀਕ ਹੈ। ਸੋ ਇਹ ਵੀ ਯਾਦ ਰੱਖ ਲੈਣਾ, ਮੈਂ ਲਿਖਿਆ ਨਹੀਂ ਹੈ ਇਹਦੇ ਵਿੱਚ। ਕੋਆਪਰੇਟਿਵ ਫੈਡਰਲਿਜ਼ਮ ਗ੍ਰੈਨਵਿਲ ਆਸਟਨ ਨੇ ਕਿਹਾ ਸੀ, ਠੀਕ ਆ। ਨੈਕਸਟ ਇਜ਼ the parliamentary system is also known as Westminster model because parliamentary system ਨੂੰ ਵੈਸਟਮਿੰਸਟਰ ਮਾਡਲ ਕਿਉਂ ਕਿਹਾ ਜਾਂਦਾ ਆ। ਰਾਈਟ ਆਂਸਰ ਹੈ ਆਪਸ਼ਨ ਬੀ, ਕਿਉਂਕਿ ਇਹ ਵੈਸਟਮਿੰਸਟਰ ਉਹ ਜਗ੍ਹਾ ਆ ਲੰਡਨ ਦੇ ਵਿੱਚ ਜਿੱਥੇ ਬ੍ਰਿਟਿਸ਼ ਪਾਰਲੀਮੈਂਟ ਲੋਕੇਟਡ ਆ, ਠੀਕ ਆ। ਸੋ ਇਟ ਇਜ਼ ਅ ਪਲੇਸ ਇਨ ਲੰਡਨ ਵੇਅਰ ਬ੍ਰਿਟਿਸ਼ ਪਾਰਲੀਮੈਂਟ ਇਜ਼ ਲੋਕੇਟਡ। ਰਾਈਟ ਆਂਸਰ ਇਜ਼ ਆਪਸ਼ਨ ਬੀ। ਨੈਕਸਟ ਇਜ਼
Which among the following are features of parliamentary government in India? So first option हैगी है presence of nominal and real executives. Real executive जिवें prime minister real executive है तो nominal head कौन ਹੁੰਦਾ है? president ਹੁੰਦਾ है, ठीक है. So parliamentary form of government ਦਾ ਸਭ ਤੋਂ top most feature ਆ. Second, majority party rule ਕਰਦੀ ਆ. थर्ड, कलैक्टिव रिस्पॉन्सिबिलिटी ऑफ एग्जीक्यूटिव टू द लैजिसलेचर जिवें कौंसल ऑफ मैंबर्स ने कौंसल ऑफ मिनिस्टर्स ने वो इंडिविजुअली भी तो कलैक्टिवली भी रिस्पॉन्सिबल होंगे ने लोक सभा नूं. दैन फोर्थ हैगा डिसोल्यूशन ऑफ लोअर हाउस या लोक सभा की गल कर लीए जां आपां असैंबली की गल करिए जो स्टेट की होवे ते, ठीक है. सो ये भी पार्लीमेंटरी फॉर्म ऑफ गवर्नमेंट का एक फीचर आ. फिफ्थ हैगा मैंबरशिप ऑफ द मिनिस्टर्स इन द लैजिसलेचर एंड लीडरशिप ऑफ प्राइम मिनिस्टर और द चीफ मिनिस्टर. सो ये भी बिल्कुल सही है. सो राइट आंसर इज ऑप्शन डी. 1 2 3 4 5 सारियां ही स्टेटमेंट्स करैक्ट ने. नेक्स्ट है इट इज़ नोन एज द हाईएस्ट कोर्ट ऑफ अपील, द गारंटर ऑफ द फंडामेंटल राइट्स ऑफ द सिटीजनस, द गार्डियन ऑफ द कॉन्स्टिट्यूशन. सो ये मैं तिन्ने स्टेटमेंट्स लिख दित्तियां ने. अदरवाइज तुहानूं इकल्ला इकल्ला क्वेश्चन भी ये पुछ सकदे आ भी हाईएस्ट कोर्ट ऑफ अपील किहड़ी हुंदी आ, फंडामेंटल राइट्स जिहड़े सिटीजनस दा उहदा गारंटर कौन आ या कॉन्स्टिट्यूशन दा गार्डियन कौन है. तो तिन्ने ही केसिस दे विच एक ही आंसर आना आ बी, सुप्रीम कोर्ट, ठीक आ. नैक्सट है फंडामेंटल राइट्स आर कंटेन्ड इन विच पार्ट ऑफ द कॉन्स्टिट्यूशन. तो पार्ट थर्ड दे विच हैगियां ने फंडामेंटल राइट्स, तो पार्ट 4 च डायरैक्टिव प्रिंसीपल्स ऑफ स्टेट पॉलिसी. सो इसे करके पार्ट 3 तो पार्ट 4 नूं कंसाइंस ऑफ द कॉन्स्टिट्यूशन भी बोलते हैं. सो ये भी क्वेश्चन आ सकता है एडिशनल, ये भी मैं तुहानूं दसदा है, ठीक है. सो पार्ट 3 दे विच है फंडामेंटल राइट्स. सो राइट आंसर इज ऑप्शन सी. और पार्ट 4 च DPSPs ने एंड दोनों नूं की कहा जाता है? कंसाइंस ऑफ द कॉन्स्टिट्यूशन. नैक्सट है क्वेश्चन 20. द फंडामेंटल राइट्स आर मैंट टू प्रमोट द आइडिया ऑफ फंडामेंटल राइट्स जिहड़ियां पोलिटिकल डेमोक्रेसी नूं प्रमोट करदियां ने, क्योंकि ये जिहड़ियां फंडामेंटल राइट्स सिटीजनस नूं दित्तियां गईयां ने ये गवर्नमेंट के उत्ते एक तरह दी लिमिटेशनस इंपोज ने. नहीं तो गवर्नमेंट जो मर्जी करी जाए, जो जी आए जो मर्जी करे, है ना. सो इस करके ये पोलिटिकल डेमोक्रेसी के आइडिया नूं प्रमोट करदियां ने. सो दैट वाज ऑल फॉर टूडे. नैक्सट 20 क्वेश्चन असीं नैक्सट वीडियो दे विच करांगे. सो कोई भी वीडियो मिस ना करियो. बहुत इंपॉर्टेंट क्वेश्चनस इहदे विच असीं कवर करने ने. स्पैशली जिहड़े बच्चों ने नैब तहसीलदार का भी पेपर भरिया उन्हां वास्ते तो बहुत ही ज़्यादा जरूरी है. बाकी PPSC के सारे एग्जाम्स या पंजाब पुलिस के एग्जाम्स लिए तो है ही है, तुसीं लैवल देख ही लिया क्वेश्चनस का, राइट. सो दैट वाज ऑल फॉर टूडे. थैंक यू वेरी मच.